पीटीसी नैटवर्क की खास धार्मिक पेशकश सिख सरगर्मियां लैके हाजिर हाँ मैं मनिंदर सिंह मोंगा। इस विशेष प्रोग्राम में श्रोमणी गुरुद्वारा प्रबंधक कमेटी वालों सिख पंथ की चढ़ती कला, गुरुद्वारा साहिबान की साम संभाल और पंथक प्रचार प्रसारित किए जा रहे समाजिक और धार्मिक कार्यों को संगत तक पहुँचाने का उपराला किया जाता है और इस दे नाल ही पावन पितर इतिहासिक दिहाड़ों की महत्ता आप जी नाल साझी की जाती है। सो प्रोग्राम की शुरुआत करते हैं पंथक हल्के दियां सरगर्मियां दे नाल। ਭਾਰਤ ਵਿੱਚ ਜਰਮਨੀ ਦੇ ਰਾਜਦੂਤ ਵਾਲਟਰ ਜੇ ਲਿੰਡਰ ਨੇ ਬੀਤੇ ਦਿਨੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਪ੍ਰਗਟਾਈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਪੇਟੇਵਟ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦੇ OSD ਡਾਕਟਰ ਅਮਰੀਕ ਸਿੰਘ ਲਤੀਫਪੁਰ ਨੇ ਜਰਮਨ ਰਾਜਦੂਤ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿਖੇ ਪੁੱਜਣ ਤੇ ਭਰਵਾਂ ਸਵਾਗਤ ਕੀਤਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਦੇ ਕੇ ਸਨਮਾਨ ਕੀਤਾ। ਇਸ ਪਾਵਨ ਸਥਾਨ ਤੇ ਦੇਸ਼ ਦੁਨੀਆ ਦੇ ਸੰਗਤਾਂ ਦੇ ਨਾਲ ਪ੍ਰਮੁੱਖ ਸ਼ਖਸੀਅਤਾਂ ਵੀ ਨਤਮਸਤਕ ਹੋਣ ਦੇ ਲਈ ਪੁੱਜਦੀਆਂ ਰਹਿੰਦੀਆਂ ਨੇ ਅਤੇ ਇਸੇ ਤਹਿਤ ਹੀ ਬੀਤੇ ਦਿਨੀ ਜਰਮਨ ਦੇ ਰਾਜਦੂਤ ਵਾਲਟਰ ਜੇ ਲਿੰਡਨਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਨੂੰ ਜੀ ਆਇਆਂ ਆਖਿਆ ਗਿਆ। ਇਸ ਮੌਕੇ ਆਪਣੇ ਅਨੁਭਵ ਸਾਂਝੇ ਕਰਦਿਆਂ ਰਾਜਦੂਤ ਨੇ ਕਿਹਾ ਕਿ ਉਹਨਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸਕੂਨ ਮਿਲਿਆ। ਉਹਨਾਂ ਕਿਹਾ ਕਿ ਸਿੱਖਾਂ ਦਾ ਇਹ ਧਾਰਮਿਕ ਸਥਾਨ ਸਮੁੱਚੀ ਮਾਨਵਤਾ ਨੂੰ ਏਕਤਾ, ਸਹਿਣਸ਼ੀਲਤਾ ਤੇ ਸ਼ਾਂਤੀ ਦਾ ਸੰਦੇਸ਼ ਦਿੰਦਾ ਹੈ। ਅਜਿਹੀਆਂ ਕਦਰਾਂ ਕੀਮਤਾਂ ਦੀ ਅੱਜ ਦੁਨੀਆ ਦੇ ਵਿੱਚ ਵੱਡੀ ਲੋੜ ਹੈ। I arrived last night in Amritsar. It was my second time. I was here already 42 years ago as a young person with backpack. I came all the way overland from Germany 42 years ago, and now I came back as ambassador. And my whole life I had a lot of respect towards India, but especially also towards Sikhism. So I wanted to see the holiest place of Sikhism, and this is Amritsar, and this is the Golden Temple. And the spirit here is of course spiritual. It's of solidarity, of tolerance, and of peace. And these are values which we are in need today in the whole world. You can feel the spirit when you walk around the water tank and see people bathing there and drinking the holy water there. It gives you an idea of the strength of Sikhism, of the message of Sikhism. So I'm very happy to be received here by my friends here, and I feel already like being part of this family. So I'm very happy to be here and I'm definitely welcome. ਜਦੋਂ ਵੀ ਕੋਈ ਭਾਰਤ ਵਿੱਚ ਕਿਸੇ ਦੇਸ਼ ਦਾ ਅੰਬੈਸਡਰ ਹੋਵੇ, ਕੋਈ ਪ੍ਰਾਈਮ ਮਿਨਿਸਟਰ ਹੋਵੇ, ਕੋਈ VIP ਹੋਵੇ, ਉਹ ਭਾਰਤ ਆ ਕੇ ਤੇ ਧੰਨ ਸ੍ਰੀ ਗੁਰੂ ਰਾਮਦਾਸ ਦੇ ਦਰਸ਼ਨ ਜ਼ਰੂਰ ਕਰਨਾ। ਅੱਜ ਇੱਥੇ ਇਸੇ ਆਧਾਰ ਤੇ ਵਾਲਟਰ ਜੀ ਲਿੰਸਰ ਅੰਬੈਸਡਰ ਆਫ ਜਰਮਨੀ ਆਏ ਆ। ਉਹਨਾਂ ਦਾ ਇੱਥੇ ਆਉਣ 'ਤੇ ਅਸੀਂ ਜੀ ਆਇਆਂ ਕਹਿੰਦੇ ਹਾਂ। ਅਸੀਂ ਉਹਨਾਂ ਦਾ ਸਨਮਾਨ ਵੀ ਕੀਤਾ ਔਰ ਉਹਨਾਂ ਨੇ ਆਪਣੇ ਲਫ਼ਜ਼ ਸ਼੍ਰੀ ਗੁਰੂ ਰਾਮਦਾਸ ਜੀ ਦੇ ਘਰ ਵਾਸਤੇ ਵੀ ਇਹ ਸ਼ਾਂਤੀ ਦਾ ਸਮਾਂ ਆ, ਇਹ ਲੋਕਾਂ ਨੂੰ ਚੰਗੀਆਂ ਸੇਵਾਵਾਂ ਦੇਣ ਵਾਲਾ ਇੱਥੋਂ ਸੰਦੇਸ਼ ਜਾਂਦਾ ਹੈ ਔਰ ਹਮੇਸ਼ਾ ਹੀ ਇਹ ਜਿਹੜਾ ਇਸੇ ਤਰ੍ਹਾਂ ਜੇ ਦੁਨੀਆ ਇਸੇ ਤਰ੍ਹਾਂ ਚੱਲਦੀ ਰਹੇ ਇਸ ਆਧਾਰ 'ਤੇ ਇਹਨਾਂ ਸੰਦੇਸ਼ਾਂ ਦੇ ਆਧਾਰ 'ਤੇ ਕਿ ਦੁਨੀਆ 'ਚ ਸ਼ਾਂਤੀ ਰਹੂ, ਇਹਨਾਂ ਦੀ ਵਰਡਿੰਗ ਸੀ। ਸੋ ਅਸੀਂ ਧੰਨਵਾਦ ਕਰਦੇ ਹਾਂ ਹਰ ਆਈ ਸੰਗਤ ਆ ਕੇ ਕਿਤੇ ਦਰਸ਼ਨ ਕਰਦੀ ਆ। ਅੱਜ ਉਹਨਾਂ ਦਾ ਜਿਹੜਾ ਅਸੀਂ ਸਨਮਾਨ ਕੀਤਾ, ਪਰਮਾਤਮਾ ਬਖਸ਼ਿਸ਼ ਕਰੇ ਉਹ ਆਪਣੀ ਜਿਸ ਭਾਵਨਾ ਨਾਲ ਦਰਸ਼ਨ ਕਰ ਰਹੇ ਉਹਨਾਂ ਦੀਆਂ ਭਾਵਨਾ ਜਿਹੜੀਆਂ ਪੂਰੀਆਂ ਕਰੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਬੱਚਿਆਂ ਦੇ ਕੁਇਜ਼ੀ ਮੁਕਾਬਲੇ ਕਰਾਏ ਗਏ। ਮਾਝਾ ਜ਼ੋਨ ਦੇ ਬੱਚਿਆਂ ਦੇ ਇਹ 2 ਦਿਨਾਂ ਮੁਕਾਬਲੇ ਬੀਤੇ ਦਿਨੀ ਸ਼ੁਰੂ ਹੋਏ ਸਨ, ਜਿਸ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਕਪੂਰਥਲਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੀਆਂ 28 ਟੀਮਾਂ ਨੇ ਕੁਇਜ਼ੀ ਦੌਰਾਨ 9ਵੇਂ ਪਾਤਸ਼ਾਹ ਜੀ ਦਾ ਜੀਵਨ ਇਤਿਹਾਸ ਪੇਸ਼ ਕੀਤਾ ਸੀ। ਸਮਾਪਤੀ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਅਤੇ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਬੀਬੀ ਜਗੀਰ ਕੌਰ ਨੇ ਕੁਇਜ਼ੀ ਮੁਕਾਬਲਿਆਂ ਵਿੱਚ ਭਾਗ ਲੈਣ ਆਏ ਬੱਚਿਆਂ ਨੂੰ ਸੰਬੋਧਨ ਹੁੰਦਿਆਂ ਕਿਹਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 400 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਨੂੰ ਸੰਬੰਧ ਦੇ ਬੜੇ ਸਮਾਗਮ ਕੀਤੇ ਜਾ ਰਹੇ ਹਨ ਔਰ ਪਿੱਛੇ ਕੋਵਿਡ ਦੇ ਸਮੇਂ ਵਿੱਚ ਸਾਰੇ ਸਮਾਗਮ ਵੱਡੇ ਲੈਵਲ 'ਤੇ ਬੰਦ ਕਰ ਦਿੱਤੇ ਗਏ ਸੀ ਕਿਉਂਕਿ ਹਾਲਾਤਾਂ ਨੂੰ ਵੇਖਦਿਆਂ ਹੋਇਆਂ, ਕੋਵਿਡ ਦੇ ਸੰਕਟ ਨੂੰ ਵੇਖਦਿਆਂ ਹੋਇਆਂ ਫਿਰ ਵੀ ਧਰਮ ਪ੍ਰਚਾਰ ਕਮੇਟੀ ਦੇ ਸਾਡਾ ਜਿਹੜਾ ਵਿੰਗ ਹੈ
ਉਹਨਾਂ ਵੱਲੋਂ ਅਸੀਂ ਸ਼ੁਰੂ ਕਰਵਾਇਆ ਸੀ ਕਿ ਆਨਲਾਈਨ ਵੀ ਤੇ ਆਫਲਾਈਨ ਵੀ ਜਾ ਕੇ ਗੁਰਦੁਆਰਿਆਂ 'ਚ ਵੀ, ਸਕੂਲਾਂ 'ਚ ਵੀ, ਕਾਲਜਾਂ ਵਿੱਚ ਵੀ ਜਿਹੜੇ ਬੱਚੇ ਸਾਨੂੰ ਲੱਭ ਸਕਣ ਉਹਨਾਂ ਨੂੰ ਕਵੀਸ਼ਰ ਤਿਆਰ ਕੀਤਾ ਜਾਵੇ, ਉਹਨਾਂ ਨੂੰ ਪ੍ਰਚਾਰਕ ਤਿਆਰ ਕੀਤਾ ਜਾਵੇ, ਉਹਨਾਂ ਦੇ ਕੋਲੋਂ ਮੁਕਾਬਲੇ ਕਰਾਏ ਜਾਣ। ਬੜੀ ਖੁਸ਼ੀ ਹੈ ਕਿ ਮਾਝਾ ਜ਼ੋਨ ਜਿਹੜਾ ਸਾਡਾ ਇਹ ਸ੍ਰੀ ਤਰਨਤਾਰਨ ਸਾਹਿਬ, ਗੁਰਦਾਸਪੁਰ, ਅੰਮ੍ਰਿਤਸਰ ਸਾਹਿਬ, ਇਸੇ ਤਰ੍ਹਾਂ ਫਿਰੋਜ਼ਪੁਰ, ਕਪੂਰਥਲਾ ਵੱਖ-ਵੱਖ ਸਟੇਟ ਨੂੰ ਵੱਖ-ਵੱਖ ਢੰਗ ਨਾਲ ਵੰਡਿਆ ਗਿਆ ਸੀ। ਮਾਝਾ ਜ਼ੋਨ ਦੇ 2 ਦਿਨ ਲਗਾਤਾਰ ਮੁਕਾਬਲਿਆਂ ਵਿੱਚੋਂ ਬੱਚੇ ਜਿਹੜੇ ਅੱਜ ਫਸਟ, ਸੈਕੰਡ, ਥਰਡ ਆਏ ਉਹਨਾਂ ਦਾ ਸਨਮਾਨ ਕੀਤਾ ਗਿਆ ਔਰ ਮੈਨੂੰ ਬੜੀ ਖੁਸ਼ੀ ਹੋ ਰਹੀ ਸੀ ਕਿ ਜਿਸ ਢੰਗ ਨਾਲ ਬੱਚਿਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਇਤਿਹਾਸ ਨੂੰ ਆਪਣੀ ਕਵੀਸ਼ਰੀ ਵਿੱਚ ਪੇਸ਼ ਕੀਤਾ, ਉਹ ਇੱਕ ਇੱਕ ਸ਼ਬਦ ਜਿਹੜਾ ਸੀਗਾ ਸਾਡੇ ਅੰਦਰ ਬਹੁਤ ਵੱਡੀ ਜਾਗਰਤੀ ਪੈਦਾ ਕਰਦਾ ਔਰ ਸਾਨੂੰ ਇਤਿਹਾਸ ਨਾਲ ਬੜੇ ਡੂੰਘੇ ਤੌਰ 'ਤੇ ਜੋੜਦਾ। ਔਰ ਬੱਚੇ ਮੈਂ ਸਮਝਦੀ ਹਾਂ ਕਿ ਜਿਹੜੇ ਕਿ ਬਿਲਕੁਲ ਸੱਚੇ ਹੁੰਦੇ ਆ, ਬੱਚਿਆਂ ਦੀ ਆਤਮਾ ਦੇ ਉੱਤੇ ਅਜੇ ਕੋਈ ਕਾਲਖ ਨਹੀਂ ਲੱਗੀ ਹੁੰਦੀ, ਅਜੇ ਮੈਲ ਨਹੀਂ ਲੱਗੀ ਹੁੰਦੀ, ਉਹ ਪਵਿੱਤਰ ਹਿਰਦੇ ਜਦੋਂ ਬੋਲਦੇ ਆ ਤੇ ਸਾਰੀ ਸੰਗਤ ਉੱਤੇ ਅਸਰ ਪੈਂਦਾ। ਮੈਂ ਬੱਚਿਆਂ ਦਾ ਵੀ ਧੰਨਵਾਦ ਕਰਦੀ ਹਾਂ, ਮਾਤਾ ਪਿਤਾ ਦਾ ਵੀ ਧੰਨਵਾਦ ਕਰਦੀ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਿਕਾਰਯੋਗ ਬੀਬੀ ਜਗੀਰ ਕੌਰ ਜੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਬਹੁਤ ਵੱਡੇ ਧਾਰਮਿਕ ਸਮਾਗਮ ਉਲੀਕੇ ਸਨ। ਉਹਨਾਂ ਸਮਾਗਮਾਂ ਦੇ ਅਧੀਨ ਹੀ ਪਿੰਡ ਵਿੱਚ ਜਾ ਕੇ ਸਿੱਖ ਧਰਮ ਦਾ ਪ੍ਰਚਾਰ ਕਰਨਾ, ਧਰਮ ਪ੍ਰਚਾਰ ਕਮੇਟੀ ਦੇ ਜੋ ਕਵੀਸ਼ਰੀ ਜਥੇ ਹਨ ਉਹਨਾਂ ਨੇ ਵੀ ਇਸ ਕਾਰਜ ਨੂੰ ਆਪਣੇ ਸਿਰ ਲੈ ਕੇ ਬੱਚਿਆਂ ਦੇ ਬਹੁਤ ਸੁੰਦਰ ਕਵੀਸ਼ਰੀ ਜਥੇ ਤਿਆਰ ਕੀਤੇ, ਜਿਨ੍ਹਾਂ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਯਾਦ ਕਰਵਾਇਆ ਤੇ ਉਹਨਾਂ ਦੀ ਪੇਸ਼ਕਾਰੀ ਕਰਵਾਈ। ਤੇ ਸਾਨੂੰ ਪੂਰੀ ਆਸ ਹੈ ਇਹਨਾਂ ਬੱਚਿਆਂ ਦੇ ਵਿੱਚੋਂ ਕੱਲ੍ਹ ਤੋਂ ਵੱਡੇ ਕਵੀਸ਼ਰ ਤੇ ਵੱਡੇ ਪ੍ਰਚਾਰਕ ਪੈਦਾ ਹੋਣਗੇ, ਜੋ ਧਰਮ ਪ੍ਰਚਾਰ ਕਮੇਟੀ ਦੀ ਇਹ ਜਿਹੜੀ ਹੈਗੀ ਹੈ ਪ੍ਰਮੁੱਖ ਪ੍ਰਾਪਤੀ ਮੰਨੀ ਜਾਏਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਇਸ ਕਾਰਜ ਲਈ, ਧਰਮ ਪ੍ਰਚਾਰ ਦੇ ਕਾਰਜ ਲਈ ਤਤਪਰ ਰਹਿੰਦੀ ਹੈ। ਅਸੀਂ ਆਪਣੇ ਪੰਜਾਬ ਵਿੱਚ ਅਤੇ ਪੰਜਾਬ ਤੋਂ ਬਾਹਰ ਵੀ ਇਹੋ ਜਿਹੇ ਕਾਰਜ ਉਲੀਕਦੇ ਰਹਾਂਗੇ ਤੇ ਬੱਚਿਆਂ ਨੂੰ ਉਤਸ਼ਾਹਿਤ ਕਰਦੇ ਰਹਾਂਗੇ। ਤੇ ਹੁਣ ਵੇਲੇ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਾਰੀ ਰਹੇਗੀ ਸਾਡੀ ਇੱਕ ਖਾਸ ਧਾਰਮਿਕ ਪੇਸ਼ਕਸ਼। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਾਲੇ ਵੱਖ-ਵੱਖ ਇਤਿਹਾਸਕ ਗੁਰਦੁਆਰਿਆਂ ਵਿੱਚ ਸੇਵਾਵਾਂ ਨਿਭਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਬੀਤੇ ਦਿਨੀ ਗ੍ਰੰਥੀ ਸਿੰਘਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਇਸ ਮੌਕੇ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਰਿਵਾਰ ਦੇ ਵਿੱਚ ਬਹੁਤ ਵੱਡਾ ਵਾਧਾ ਹੋਇਆ। 1.5 ਸਾਲ ਪਹਿਲਾਂ ਗ੍ਰੰਥੀ ਸਿੰਘਾਂ ਦੀ ਇੰਟਰਵਿਊ ਲਈ ਸੀ, ਟੈਸਟ ਲਿਆ ਸੀ ਤੇ ਉਹਦੇ ਵਿੱਚ 74 ਗ੍ਰੰਥੀ ਸਿੰਘਾਂ ਨੇ ਟੈਸਟ ਪਾਸ ਕੀਤਾ ਸੀ। ਅੱਜ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਗ੍ਰੰਥੀ ਦੀ ਜਿਹੜੀ ਡਿਊਟੀ ਹੈ ਉਹ ਬਹੁਤ ਅਹਿਮ ਡਿਊਟੀ ਹੈ, ਕਿਉਂਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਜ਼ੀਰ ਬਣ ਕੇ ਬੈਠਣਾ ਹੈ। ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 'ਚ ਬੈਠ ਕੇ ਗੁਰੂ ਦੀ ਗੱਲ ਸੰਗਤਾਂ ਨੂੰ ਸੁਣਾਉਣੀ ਹੈ, ਗੁਰੂ ਦੇ ਬਚਨ ਸੁਣਾਉਣੇ ਹੈ। ਅਤੇ ਜਦੋਂ ਕਿਤੇ ਉਸ ਗੁਰੂ ਗ੍ਰੰਥ ਸਾਹਿਬ ਜੀ ਦੇ ਆਲੇ ਦੁਆਲੇ ਉਸ ਵਿਹੜੇ ਦੇ ਵਿੱਚ ਕੋਈ ਵੀ ਗੁਰੂ ਦੀ ਗੱਲ ਕਰਨੀ ਹੈ ਤੇ ਉਹਨੂੰ ਪੂਰੀ ਸਿੱਖ ਰਹਿਤ ਮਰਿਆਦਾ ਜਾਂ ਪਰੰਪਰਾਵਾਂ ਜਾਂ ਸਿਧਾਂਤਿਕ ਤੌਰ ਦੇ ਉੱਤੇ ਪਹਿਰੇਦਾਰੀ ਕਰਨ ਵਾਸਤੇ ਸੰਗਤਾਂ ਨੂੰ ਸੁਚੇਤ ਕਰਨਾ। ਸੋ ਅੱਜ ਇਸ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਬੁਲਾਇਆ ਸੀ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਸਿਧਾਂਤਿਕ ਤੌਰ ਦੇ ਉੱਤੇ ਪਹਿਰੇਦਾਰੀ ਕਰਦੀ ਹੈ, ਉਹਦੇ ਅਨੁਸਾਰ ਸਾਰੇ ਹੀ ਗ੍ਰੰਥੀ ਜਿਹੜੇ ਹੈ ਜਾ ਕੇ ਗੁਰੂ ਘਰਾਂ ਦੇ ਵਿੱਚ ਸੇਵਾ ਕਰਨ। ਸਹਿਜ, ਸਤਿਕਾਰ, ਸਿਮਰਨ, ਸੇਵਾ, ਪ੍ਰੇਮ, ਸਭ ਤੋਂ ਵੱਡੇ ਗਹਿਣੇ ਜਿਹੜੇ ਹੈ ਉਹ ਆਪਣੇ ਨਿਸ਼ਕਾਮਤਾ, ਦਇਆ, ਧਰਮ ਦੇ ਗਹਿਣੇ ਆਪਣੇ ਹਿਰਦੇ 'ਚ ਵਸਾਉਣ। ਆਈ ਸੰਗਤ ਦਾ ਸਤਿਕਾਰ ਕਰਨ। ਅੱਜ ਉਹਨਾਂ ਨੂੰ ਮੈਂ ਵਧਾਈ ਵੀ ਦਿੰਦੀ ਹੈ ਅਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਵੀ ਕਰਦੀ ਹਾਂ ਕਿ ਉਹਨਾਂ ਨੂੰ ਆਪਣੀ ਗੋਦ ਵਿੱਚ ਬਿਠਾਇਆ ਅਤੇ ਸੇਵਾ ਕਰਨ ਦਾ ਮੌਕਾ ਦਿੱਤਾ। ਮੈਨੂੰ ਮੇਰੇ ਨੇੜੇ ਦੇ ਗੁਰਦੁਆਰਾ ਸਾਹਿਬ ਗੁਰਦੁਆਰਾ ਸ਼ਹੀਦਾਂ ਲੱਧੇਵਾਲ ਮਾਲਪੁਰ ਵਿਖੇ ਨਿਯੁਕਤੀ ਪੱਤਰ ਮਿਲਿਆ ਹੈ ਅਤੇ ਬਹੁਤ ਵਧੀਆ ਬੀਬੀ ਜੀ ਨੇ ਸਾਨੂੰ ਵਿਚਾਰ ਦੱਸੇ ਹਨ। ਉਹਨਾਂ ਨੂੰ ਅਸੀਂ ਫੋਲੋ ਕਰਾਂਗੇ ਅਤੇ ਪੂਰੀ ਇਮਾਨਦਾਰੀ ਦੇ ਨਾਲ, ਤਨਦੇਹੀ ਦੇ ਨਾਲ ਅਸੀਂ ਇਹ ਆਪਣੀ ਜੋ ਗ੍ਰੰਥੀ ਸਿੰਘ ਦੀ ਡਿਊਟੀ ਮਿਲੀ ਹੈ ਆਪਾਂ ਪੂਰੀ ਤਨਦੇਹੀ ਦੇ ਨਾਲ ਨਿਭਾਵਾਂਗੇ। ਹਾਂਜੀ, ਬਹੁਤ ਵਧੀਆ ਲੱਗਾ ਇੱਥੇ ਆ ਕੇ। ਪਹਿਲੀ ਵਾਰੀ ਅਸੀਂ ਇੱਥੇ ਆਏ ਹਾਂ ਅਤੇ ਬਹੁਤ ਵਧੀਆ ਬੀਬੀ ਜੀ ਨੇ ਸਾਨੂੰ ਗਾਈਡ ਕੀਤਾ ਹੈ। ਸ਼੍ਰੀ ਹਰਿਮੰਦਰ ਸਾਹਿਬ ਸਮੁੰਦਰੀ ਹਾਲ ਤੇਜਾ ਸਿੰਘ ਜੀ ਦੇ ਸਥਾਨ ਵਿਖੇ ਸਤਿਕਾਰਯੋਗ ਪ੍ਰਧਾਨ ਬੀਬੀ ਜਗੀਰ ਕੌਰ ਜੀ ਨੇ ਅੱਜ ਜੋ ਗ੍ਰੰਥੀ ਸਿੰਘ ਅਸੀਂ ਸਾਰਿਆਂ ਨੇ ਆਨੰਦਪੁਰ ਸਾਹਿਬ ਟੈਸਟ ਦਿੱਤੇ ਤਾਂ ਉਹਨਾਂ ਵੱਲੋਂ ਬੜੀਆਂ ਹਦਾਇਤਾਂ ਦੇ ਨਾਲ, ਬੜੇ ਪਿਆਰ ਦੇ ਨਾਲ ਸਮਝਾ ਕੇ ਨਿਯੁਕਤੀ ਪੱਤਰ ਜਿਹੜੇ ਨੇ ਉਹ ਸਾਰੇ ਸਿੰਘਾਂ ਨੂੰ ਤਕਰੀਬਨ 74 ਸਿੰਘ ਜਿਹੜੇ ਨੇ ਉਹ ਭਰਤੀ ਕੀਤੇ ਗਏ ਨੇ। ਸੋ ਬੜਾ ਜਿਹੜਾ ਸ਼੍ਰੋਮਣੀ ਕਮੇਟੀ ਨੇ ਗ੍ਰੰਥੀ ਸਿੰਘਾਂ ਨੂੰ ਮਾਣ ਦਿੱਤਾ ਹੈ। ਸੋ ਅੱਜ ਬੜੇ ਸਤਿਕਾਰ ਨਾਲ ਸਾਰੇ ਪਹੁੰਚੇ ਹਾਂ ਅਤੇ ਨਿਯੁਕਤੀ ਪੱਤਰ ਮਿਲੇ ਨੇ। ਬਹੁਤ ਬਹੁਤ ਧੰਨਵਾਦ ਸ਼੍ਰੋਮਣੀ ਪ੍ਰਬੰਧਕ ਕਮੇਟੀ
ਦਾ ਬੜਾ ਜਿਹੜਾ ਹੈ ਸਹਿਯੋਗ ਮਿਲਿਆ ਹੈ। ਬਹੁਤ ਬਹੁਤ ਧੰਨਵਾਦ ਜੀ। ਅਮਰੀਕਾ ਵਿੱਚ ਭਾਰਤੀ ਸਫੀਰ ਸਰਦਾਰ ਤਰਨਜੀਤ ਸਿੰਘ ਸੰਧੂ ਨੇ ਬੀਤੇ ਦਿਨੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਉਹਨਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੂਚਨਾ ਕੇਂਦਰ ਵਿਖੇ ਸਨਮਾਨਿਤ ਕੀਤਾ ਅਤੇ ਅਮਰੀਕਾ ਅੰਦਰ ਵਸਦੇ ਸਿੱਖਾਂ ਦੇ ਮਸਲਿਆਂ ਬਾਰੇ ਚਰਚਾ ਕੀਤੀ। ਬੀਬੀ ਜਗੀਰ ਕੌਰ ਨੇ ਸਰਦਾਰ ਤਰਨਜੀਤ ਸਿੰਘ ਸੰਧੂ ਨਾਲ ਅਮਰੀਕਾ ਅੰਦਰ ਸਿੱਖਾਂ ਤੇ ਹੁੰਦੇ ਨਸਲੀ ਹਮਲਿਆਂ ਦਾ ਮਾਮਲਾ ਵਿਚਾਰਿਆ, ਜਿਸ ਤੇ ਸਰਦਾਰ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਉਹ ਇਸ ਮਾਮਲੇ ਤੇ ਪਹਿਲਾਂ ਵੀ ਸੰਜੀਦਗੀ ਨਾਲ ਕੰਮ ਕਰ ਰਹੇ ਨੇ ਅਤੇ ਭਵਿੱਖ ਵਿੱਚ ਵੀ ਕਰਦੇ ਰਹਿਣਗੇ। ਬੀਬੀ ਜਗੀਰ ਕੌਰ ਨੇ ਇਸ ਮੌਕੇ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਪੰਥਕ ਆਗੂ ਸਰਦਾਰ ਤੇਜਾ ਸਿੰਘ ਸਮੁੰਦਰੀ ਦੇ ਪਰਿਵਾਰ ਦਾ ਵਾਰਸ ਸਰਦਾਰ ਤਰਨਜੀਤ ਸਿੰਘ ਸੰਧੂ ਅਮਰੀਕਾ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਰਿਹਾ ਹੈ। ਇਸ ਦੌਰਾਨ ਸਰਦਾਰ ਤਰਨਜੀਤ ਸਿੰਘ ਸੰਧੂ ਨੇ ਸਨਮਾਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦਾ ਧੰਨਵਾਦ ਵੀ ਕੀਤਾ। मैं दरबार साहब ब्लैसिंग लैन आया सी और ब्लैसिंग लैके जा रहा है। ये एक बहुत ही इम्पोर्टेंट मोमेंट है मेरे लिए। मेरी फैमिली और जनरेशंस हैज बीन ब्लेस्ड बाय दरबार साहब और मैं भी इत्थे ग्रो किया। अमृतसर का मैं बच्चा है और अज इत्थे आके कीर्तन सुन के और इतों आशीर्वाद लैके आई एम फीलिंग वेरी ब्लेस्ड। US इंडिया रिलेशनशिप एक बड़ा डीप रिलेशनशिप है। ये particularly 90s तो बाद ਇਹਦੀ ਡੈਪਥ ਵਧੀ ਹੈ। ਕਰੋਨਾ ਵਾਇਰਸ particularly ਜਿਹੜਾ ਸੈਕਿੰਡ ਫੇਜ਼ ਆਇਆ ਹੈ ਉਹਦੇ 'ਚ ਅਮਰੀਕਾ ਨੇ ਪੂਰਾ ਜ਼ੋਰ ਲਗਾ ਕੇ ਹਿੰਦੁਸਤਾਨ ਦੇ ਨਾਲ ਸ਼ੋਲਡਰ ਟੂ ਸ਼ੋਲਡਰ ਸਟੈਂਡ ਕੀਤਾ ਹੈ। ਰਾਸ਼ਟਰਪਤੀ ਬਾਈਡਨ ਸਾਹਿਬ ਨੇ ਡਾਇਰੈਕਟਲੀ ਫੋਨ ਕੀਤਾ ਸੀ ਪ੍ਰਧਾਨ ਮੰਤਰੀ ਜੀ ਨੂੰ। ਉਹਦੇ ਬਾਅਦ 7 ਫਲਾਈਟਸ ਆਈਆਂ ਨੇ US 에ਅਰਫੋਰਸ ਨੂੰ। ਜੋ ਸਪਲਾਈਜ਼ ਜੋ ਅਸਿਸਟੈਂਸ ਚਾਹੀਦੀ ਸੀਗੀ ਉਹਨਾਂ ਨੇ ਪ੍ਰੋਵਾਈਡ ਕੀਤੀ ਹੈ। ਉਹਦੇ ਤੋਂ ਉੱਤੇ ਜਿਹੜੀ US ਕਾਂਗਰਸ ਹੈ, ਡਿਫਰੈਂਟ ਗਰੁੱਪਸ ਵਿਦਿਨ ਦਾ US ਕਾਂਗਰਸ, ਕਮ ਸੇ ਕਮ 350 ਕਾਂਗਰਸਮੈਨ ਔਰ ਸੈਨੇਟਰਸ ਨੇ ਥਰੂ ਟਵੀਟਸ ਥਰੂ ਸਟੇਟਮੈਂਟਸ ਪੀਪਲ ਆਫ ਇੰਡੀਆ ਦੇ ਨਾਲ ਸੋਲੀਡੈਰਿਟੀ ਦਿਖਾਈ ਹੈ। ਜਿਹੜੀ US ਇੰਡਸਟਰੀ ਹੈ $400 million ਦੀ ਅਸਿਸਟੈਂਸ ਆਕਸੀਜਨ ਔਰ ਦੂਸਰੇ ਏਰੀਆਜ਼ ਮੈਡੀਸਿਨਸ 'ਚ ਪ੍ਰੋਵਾਈਡ ਕੀਤੀ ਹੈ। ਸੋ ਇਹ ਜਿਹੜਾ ਮੌਕਾ ਸੀ ਇਹ ਬੜਾ ਇੰਪੋਰਟੈਂਟ ਸੀ। ਐਂਡ ਅਬਵ ਆਲ ਜਿਹੜਾ ਹਿੰਦੁਸਤਾਨ ਦਾ ਡਾਇਸਪੋਰਾ ਹੈ ਇਨਕਲੂਡਿੰਗ ਪੰਜਾਬੀ ਜਿਹੜੇ ਸੈਟਲਰ ਨੇ, ਸਭ ਨੇ ਆਪਣੇ ਏਰੀਆਜ਼ ਨਾਲ ਕਨੈਕਟ ਕੀਤਾ ਔਰ ਜੋ ਵੀ ਹੈਲਪ ਕਰ ਸਕਦੇ ਸੀ ਉਹ ਕੀਤੀ। ਇੱਕ ਇੰਪੋਰਟੈਂਟ ਚੀਜ਼ ਮੈਂ ਤੁਹਾਨੂੰ ਇਹਦੇ ਦੱਸਣਾ ਚਾਹੁੰਦਾ ਕਿ ਜਦੋਂ ਰਾਸ਼ਟਰਪਤੀ ਬਾਈਡਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਫੋਨ ਕਰਕੇ ਆਪਣੀ ਸੋਲੀਡੈਰਿਟੀ ਦੱਸੀ ਸੀਗੀ ਔਰ ਇਹ ਕਿਹਾ ਸੀ ਕਿ ਅਸੀਂ ਸ਼ੋਲਡਰ ਟੂ ਸ਼ੋਲਡਰ ਖੜੇ ਹੋਵਾਂਗੇ ਤੁਹਾਡੇ ਨਾਲ, ਉਦੋਂ ਉਹਨਾਂ ਨੇ ਇਹ ਵੀ ਯਾਦ ਕਰਵਾਇਆ ਕਿ 1 ਸਾਲ ਪਹਿਲਾਂ ਹਿੰਦੁਸਤਾਨ ਨੇ ਡਟ ਕੇ ਅਮਰੀਕਾ ਦੀ ਮਦਦ ਕੀਤੀ ਸੀ। ਜੋ ਵੀ ਦਵਾਈਆਂ ਮੰਗੀਆਂ ਹਿੰਦੁਸਤਾਨ ਨੇ ਪ੍ਰੋਵਾਈਡ ਕੀਤੀ। ਤੇ ਹੁਣ ਵੇਲੇ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਾਰੀ ਰਹੇਗੀ ਸਾਡੀ ਇੱਕ ਖਾਸ ਧਾਰਮਿਕ ਪੇਸ਼ਕਸ਼। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬਣਾਏ ਜਾ ਰਹੇ ਜੋੜਾ ਘਰ ਅਤੇ ਵਹੀਕਲ ਸਟੈਂਡ ਲਈ ਖੁਦਾਈ ਸਮੇਂ ਨਿਕਲੀ ਇਮਾਰਤ ਬਾਰੇ ਪੁਰਾਤੱਤਵ ਵਿਭਾਗ ਵੱਲੋਂ ਆਪਣੀ ਰਿਪੋਰਟ ਦੇ ਦਿੱਤੀ ਗਈ ਹੈ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡਿਪਟੀ ਕਮਿਸ਼ਨਰ ਨੂੰ ਇਸ ਬਾਰੇ ਹੋਰ ਜਾਣਕਾਰੀ ਲਈ ਕਿਹਾ। ਰਿਪੋਰਟ ਆਈ ਹੈ ਕਿ ਕੋਈ ਹਿਸਟਰੀ ਨਾਲ ਸੰਬੰਧਿਤ ਗੱਲ ਸਾਡੇ ਕੋਲ ਨਹੀਂ ਹੈ ਸੈਂਟਰ ਦੇ ਲੈਵਲ ਦੇ ਉੱਤੇ, ਪਰ ਜੇ ਕੋਈ ਤੁਹਾਡੀ ਕੀ ਕਹਿੰਦੇ ਹੁੰਦੇ ਹੈ ਵਿਰਾਸਤੀ ਚੀਜ਼ ਹੋਵੇ ਤੇ ਉਹ ਪੰਜਾਬ ਸਰਕਾਰ ਦੇਖੇ ਤੇ ਉਹਨੂੰ ਉਹ ਸਾਂਭ ਕੇ ਰੱਖੇ। ਪੰਜਾਬ ਸਰਕਾਰ ਨੇ ਉਹ ਜਿਹੜੀ 64 ਸੈਕਸ਼ਨ ਦੇ ਤਹਿਤ ਜ਼ਿੰਮੇਵਾਰੀ ਦਿੱਤੀ ਹੈ, ਉਹ ਉਹਨਾਂ ਨੇ ਕਿਹਾ ਡਿਪਟੀ ਕਮਿਸ਼ਨਰ ਸਾਹਿਬ ਨੇ ਕਿ ਉਹ ਹੈਗਾ ਟੂਰਿਜ਼ਮ ਡਿਪਾਰਟਮੈਂਟ ਦਾ ਕੰਮ। ਕੱਲ੍ਹ ਫਿਰ ਉਹਨਾਂ ਨੇ ਚਿੱਠੀ ਟੂਰਿਜ਼ਮ ਡਿਪਾਰਟਮੈਂਟ ਨੂੰ ਲਿਖ ਦਿੱਤੀ ਹੈ। ਜਦੋਂ ਉਹਨਾਂ ਦੀ ਟੀਮ ਆਏਗੀ ਉਹ ਦੇਖੇਗੀ, ਫਿਰ ਸਾਨੂੰ ਕਲੀਅਰ ਕਰੇਗੀ ਕਿ ਉਹ ਕੀ ਹੈ। ਜਦ ਤੱਕ ਕਲੀਅਰ ਨਹੀਂ ਹੁੰਦਾ ਅਸੀਂ ਕੁਝ ਨਹੀਂ ਕਹਿ ਸਕਦੇ। ਜਦੋਂ ਕਲੀਅਰ ਕਰਨਗੇ, ਜੇ ਸਾਨੂੰ ਸੰਭਾਲਣ ਨਹੀਂ ਕਹਿਣਗੇ ਅਸੀਂ ਸੰਭਾਲਾਂਗੇ ਔਰ ਉਹਨੂੰ ਬਣਾਵਾਂਗੇ। ਕਿਸ ਢੰਗ ਦੇ ਨਾਲ ਉਹਨੂੰ ਵਰਤਣਾ, ਕਿਵੇਂ ਅਸੀਂ ਉਹਨੂੰ ਸਾਂਭਣਾ, ਉਹ ਅਸੀਂ ਪੂਰਾ ਸਾਰਾ ਨਕਸ਼ਾ ਤਿਆਰ ਕਰਾਂਗੇ। ਭਾਰਤ ਸਰਕਾਰ ਨੇ ਤਾਂ ਉਦੋਂ ਅਕਵਾਇਰ ਕਰਕੇ ਇਹਨੂੰ ਦੱਬ ਦਿੱਤਾ। ਭਾਰਤ ਸਰਕਾਰ ਨੇ ਤਾਂ ਉਸ ਵੇਲੇ ਸਰਕਾਰ ਨੇ ਤਾਂ ਸਾਰੇ ਇਹਨੂੰ ਗਲਿਆਰਾ ਬਣਾ ਦਿੱਤਾ। ਇਹ ਤਾਂ ਦੱਬੀਆਂ ਪਈਆਂ ਨੇ। ਇਹ ਤਾਂ ਅਸੀਂ ਹੁਣ ਕੱਢੀ ਹੈ ਅਤੇ ਸਾਨੂੰ ਪਤਾ ਲੱਗਾ ਕੋਈ ਇਮਾਰਤ ਹੈ।
ਉਹ ਇਮਾਰਤ ਕੀ ਹੈ ਸਾਨੂੰ ਇਹ ਕਲੀਅਰ ਨਹੀਂ ਹੋ ਰਿਹਾ। ਜਦ ਤੱਕ ਕਲੀਅਰ ਨਹੀਂ ਹੁੰਦਾ ਉਦੋਂ ਤੁਸੀਂ ਉਹਦੇ 'ਤੇ ਕੁਝ ਕਰ ਨਹੀਂ ਸਕਦੇ। ਜਦੋਂ ਕਲੀਅਰ ਹੋ ਜਾਏਗਾ ਫਿਰ ਅਸੀਂ ਇਹਨੂੰ ਬਣਾਵਾਂਗੇ। ਇਸ ਦੇ ਨਾਲ ਹੀ ਇਮਾਰਤ ਦੇ ਬਾਰੇ ਖੋਜ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸਕਾਰਾਂ ਦੀਆਂ ਸੇਵਾਵਾਂ ਵੀ ਲਈਆਂ ਜਾ ਰਹੀਆਂ ਨੇ। ਉਹਨਾਂ ਕਿਹਾ ਕਿ ਭਾਵੇਂ ਪੁਰਾਤੱਤਵ ਵਿਭਾਗ ਦੇ ਮਾਹਿਰਾਂ ਨੇ ਇਮਾਰਤ ਦੇ ਇਤਿਹਾਸਕ ਨਾ ਹੋ ਕੇ ਵਿਰਾਸਤੀ ਹੋਣ ਦਾ ਜ਼ਿਕਰ ਕੀਤਾ ਹੈ, ਪਰ ਫਿਰ ਵੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਰਾਹੀਂ ਟੂਰਿਜ਼ਮ ਵਿਭਾਗ ਨੂੰ ਲਿਖਿਆ ਜਾ ਚੁੱਕਾ ਹੈ ਤਾਂ ਜੋ ਇਸ ਦੀ ਸਾਂਭ ਸੰਭਾਲ ਬਾਰੇ ਸਹੀ ਕਦਮ ਉਠਾਏ ਜਾ ਸਕਣ। ਅਸੀਂ 4 ਮੈਂਬਰ ਜਿਹੜੇ ਹੈ ਹਿਸਟੋਰੀਅਨ ਉਹ ਬੁਲਾਏ। ਅਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ BC ਨੂੰ ਲਿਖ ਦਿੱਤਾ ਔਰ 2 ਜਿਹੜੇ ਮੈਂਬਰ ਆ ਰਹੇ ਹੈ ਉਹ ਜਿਹੜੀ ਉੱਥੇ ਬਣੀ ਹੈ UK ਦੇ ਵਿੱਚ ਇੱਕ ਸੰਸਥਾ ਬਣੀ ਹੈ, ਉਹ 31 ਗੁਰਦੁਆਰਿਆਂ ਦੀ ਇੱਕ ਸੰਸਥਾ ਬਣੀ ਹੈ ਜਿਨ੍ਹਾਂ ਦੇ ਆਪਣੇ ਹਿਸਟੋਰੀਅਨ ਸਾਨੂੰ ਭੇਜਣ ਲੱਗੇ ਆ। ਉਹ ਮੰਗਲਵਾਰ ਵਾਲੇ ਦਿਨ ਇੱਥੇ ਆਉਣਗੇ। ਹੁਣ ਉੱਥੇ ਜੋੜਾ ਘਰ ਦੀ ਸਾਰੀ ਜਿਹੜੀ ਕੀਤੀ ਜਾਣੀ ਕਿ ਜੋੜਾ ਘਰ ਦੀ ਚੱਲ ਰਹੀ ਹੈ ਜੀ। ਥੱਲੇ ਸਕੂਟਰਾਂ ਦੀ, ਮੋਟਰਸਾਈਕਲਾਂ ਦੀ ਤੇ ਸਾਈਕਲਾਂ ਦੀ ਜਿਹੜੀ ਆ ਪਾਰਕਿੰਗ ਦਾ ਕੰਮ ਚੱਲ ਰਿਹਾ ਬੇਸਮੈਂਟ ਦੇ ਵਿੱਚ, ਤੇ ਉੱਪਰ ਜਿਹੜਾ ਜੋੜਾ ਘਰ ਤੇ ਗਠੜੀ ਘਰ ਬਣੇਗਾ। ਉਹ ਪੁਰਾਤਨ ਢਾਂਚੇ ਦਾ ਹਿੱਸਾ ਵਿੱਚੋਂ ਅਲੱਗ ਕਰ ਦਿੱਤਾ ਜੀ ਉਹ ਜੇ ਸਾਂਭ ਕੇ ਰੱਖਿਆ ਹੋਇਆ, ਉਹਨੂੰ ਅਸੀਂ ਛੇੜ ਨਹੀਂ ਰਹੇ ਜਦ ਤੱਕ ਸਾਨੂੰ ਕਲੀਅਰ ਨਹੀਂ ਹੁੰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਗਲਿਆਰਾ ਯੋਜਨਾ ਸਮੇਂ ਬਹੁਤ ਸਾਰੀਆਂ ਅਜਿਹੀਆਂ ਇਮਾਰਤਾਂ ਹੇਠਾਂ ਦੱਬ ਦਿੱਤੀਆਂ ਗਈਆਂ ਸਨ। ਉਹਨਾਂ ਕਿਹਾ ਕਿ ਗਲਿਆਰੇ ਦੀ ਮੌਜੂਦਾ ਸਥਿਤੀ ਵੀ ਬਹੁਤ ਚੰਗੀ ਨਹੀਂ ਹੈ ਅਤੇ ਸਾਂਭ ਸੰਭਾਲ ਦੀ ਅਣਦੇਖੀ ਕਾਰਨ ਇੱਥੇ ਵੱਡੀ ਪੱਧਰ ਤੇ ਗੰਦਗੀ ਫੈਲ ਰਹੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗਲਿਆਰੇ ਦੀ ਦੇਖਭਾਲ ਕਰਨ ਲਈ ਤਿਆਰ ਹੈ ਅਤੇ ਇਸ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਨੂੰ ਦੇਣ ਲਈ ਡਿਪਟੀ ਕਮਿਸ਼ਨਰ ਨੂੰ ਪੱਤਰ ਵੀ ਲਿਖਿਆ ਗਿਆ। ਇਸ ਦੇ ਨਾਲ ਹੀ ਵਿਰਾਸਤੀ ਮਾਰਗ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁੱਕਣ ਲਈ ਤਿਆਰ ਹੈ ਅਤੇ ਇਸ ਦੇ ਬਾਰੇ ਕੋਈ ਵੀ ਕਾਰਵਾਈ ਅੱਗੇ ਤੋਰੀ ਜਾਵੇਗੀ। ਪੰਥਕ ਸਰਕਾਰ ਸੀ, ਪੰਥਕ ਸਰਕਾਰ ਨੇ ਕਿੰਨੇ ਚਾਵਾਂ ਨਾਲ ਬਣਾਇਆ ਸੀ। ਸੰਗਤਾਂ ਵਰਡ ਵਿੱਚੋਂ ਆਉਂਦੀਆਂ ਸੀ, ਦੇਖ ਕੇ ਖੁਸ਼ ਹੁੰਦੀਆਂ ਸੀ। ਅੱਜ ਜਦੋਂ ਅਸੀਂ ਉਹਦੇ ਹਾਲਾਤ ਵੇਖਦੇ ਹਾਂ ਕਿ ਸੇਵਾ ਸਫਾਈ ਨਹੀਂ, ਉੱਥੇ ਗੰਦਗੀ ਪਈ ਹੋਈ ਹੈ, ਉੱਥੇ ਬਹੁਤ ਬੁਰਾ ਹਾਲ ਹੈ, ਇੱਧਰ ਉੱਧਰ ਰੇੜੀਆਂ ਵੀ ਖੜੀਆਂ ਹੋ ਗਈਆਂ, ਪਰ ਜਿਸ ਭਾਵਨਾ ਨਾਲ, ਜਿਸ ਸ਼ਰਧਾ ਨਾਲ ਬਣਾਈ ਸੀ ਉਹ ਅੱਜ ਮੰਤਵ ਨਹੀਂ ਪੂਰਾ ਹੋ ਰਿਹਾ। ਸੋ ਮੈਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਅਸੀਂ ਲਿਖ ਕੇ ਦੇ ਰਹੇ ਹਾਂ ਕਿ ਜਿੱਥੇ ਗਲਿਆਰੇ ਦੀ ਸੇਵਾ ਸੰਭਾਲ ਦਿੱਤੀ ਜਾਵੇ, ਉੱਥੇ ਜੇ ਨਹੀਂ ਸਰਕਾਰ ਕਰ ਸਕਦੀ ਤੇ ਵਿਰਾਸਤੀ ਮਾਰਗ ਜਿਹੜਾ ਉਹਦੀ ਵੀ ਸੇਵਾ ਸੰਭਾਲ ਸਾਨੂੰ ਦਿੱਤੀ ਜਾਵੇ ਤਾਂ ਜੋ ਉੱਥੇ ਸੇਵਾ ਸਫਾਈ ਅਸੀਂ ਕਰਾ ਸਕੀਏ। ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਸਾਡੀ ਇਹ ਭਰਪੂਰ ਕੋਸ਼ਿਸ਼ ਰਹਿੰਦੀ ਹੈ ਕਿ ਸਾਰੇ ਹਫ਼ਤੇ ਦੀਆਂ ਪੰਥਕ ਸਰਗਰਮੀਆਂ ਦੇ ਨਾਲ ਤੁਹਾਨੂੰ ਰੂਬਰੂ ਕਰਵਾਈਏ। ਸਾਡੇ ਇਸ ਪ੍ਰੋਗਰਾਮ ਸੰਬੰਧੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਬੰਧੀ ਤੁਸੀਂ ਕੋਈ ਰਾਏ, ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਮੇਲ ਕਰੋ feedback@pdcnetwork.com ਤੇ। ਅਗਲੇ ਹਫ਼ਤੇ ਫਿਰ ਹਾਜ਼ਰ ਹੋਵਾਂਗੇ ਸਿੱਖ ਸਰਗਰਮੀਆਂ ਲੈ ਕੇ। ਤਦ ਤੱਕ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।